ਸਤਿ ਸ਼੍ਰੀ ਅਕਾਲ ਬੱਚਿਓ, 8ਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਤੇ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਪਾਠ ਨੰਬਰ 19, ਜਿਸ ਦਾ ਨਾਮ ਹੈ ਸਰਗੀ ਦੀ ਲੋ, ਔਰ ਜੋ ਕਿ ਇੱਕ ਕਵਿਤਾ ਹੈ। ਔਰ ਇਹ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਓਨਲੀ ਪੜ੍ਹਨ ਲਈ ਹੈ ਇਹ ਕਵਿਤਾ, ਬਟ ਮੈਂ ਤੁਹਾਨੂੰ ਇਸ ਦਾ ਬੁੱਕ ਪਾਰਟ ਵੀ ਕਰਾਵਾਂਗੀ ਤਾਂ ਜੋ ਤੁਹਾਨੂੰ ਇਹ ਕਵਿਤਾ ਸਮਝ ਆ ਜਾਏ। ਇਸ ਕਵਿਤਾ ਦੇ ਨਾ ਤਾਂ ਕੁਐਸਚਨ ਆਨਸਰ ਕਰਨੇ ਨੇ, ਨਾ ਸਾਰ ਅਤੇ ਨਾ ਹੀ ਸਟੈਂਜਾ। ਇਸ ਲਈ ਇਸ ਕਵਿਤਾ ਨੂੰ ਅਸੀਂ ਪੜ੍ਹਾਂਗੇ, ਸਮਝਾਂਗੇ ਅਤੇ ਇਸ ਦਾ ਬੁੱਕ ਪਾਰਟ ਕਰਾਂਗੇ। ਠੀਕ ਹੈ। ਅੱਜ ਅਸੀਂ ਜਿਹੜੀ ਕਵਿਤਾ ਪੜ੍ਹ ਰਹੇ ਹਾਂ ਉਸ ਦਾ ਨਾਮ ਹੈ ਸਰਗੀ ਦੀ ਲੋ। ਸਰਗੀ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਤਾਂ ਇਹ ਸਮਝ ਲਓ ਤੁਸੀਂ, ਸਰਗੀ ਕੀ ਚੀਜ਼ ਹੈ। ਸਰਗੀ ਹੁੰਦੀ ਹੈ ਸਵੇਰ ਦਾ ਵੇਲਾ, ਜੋ ਪ੍ਰਭਾਤ ਦਾ ਵੇਲਾ ਵੀ ਜਿਹਨੂੰ ਕਹਿੰਦੇ ਆ, ਜਾਂ ਅਸੀਂ ਅੰਮ੍ਰਿਤ ਵੇਲਾ ਵੀ ਕਹਿੰਦੇ ਆ, ਯਾਨੀ ਕਿ ਸੂਰਜ ਦੇ ਨਿਕਲਣ ਤੋਂ ਪਹਿਲੇ ਦਾ ਸਮਾਂ। ਠੀਕ ਹੈ, ਉਹਨੂੰ ਅਸੀਂ ਕਹਿੰਦੇ ਆ ਸਰਗੀ ਦਾ ਵੇਲਾ। ਲੇਕਿਨ ਇਹਦੇ ਵਿੱਚ ਜੋ ਕਵਿਤਾ ਹੈ ਇਸ ਦਾ ਨਾਮ ਹੈ ਲੋ, ਸਰਗੀ ਦੀ ਲੋ। ਲੋ ਦਾ ਮਤਲਬ ਹੁੰਦਾ ਰੋਸ਼ਨੀ, ਪ੍ਰਕਾਸ਼। ਜੋ ਸਵੇਰ ਵਾਲੀ ਰੋਸ਼ਨੀ ਹੁੰਦੀ ਹੈ, ਸੂਰਜ ਦੇ ਨਿਕਲਣ ਤੋਂ ਪਹਿਲਾਂ ਜੋ ਰੋਸ਼ਨੀ ਆਉਂਦੀ ਹੈ ਸਵੇਰੇ ਸਵੇਰੇ, ਉਹਨੂੰ ਅਸੀਂ ਕਹਿੰਦੇ ਹਾਂ ਸਰਗੀ ਦੀ ਲੋ। ਇਹ ਕਵਿਤਾ ਲਿਖੀ ਹੈ ਚਰਨ ਸਿੰਚੇਵਾਲਵੀ ਨੇ, ਔਰ ਇਸ ਕਵਿਤਾ ਦੇ ਵਿੱਚ ਕਵੀ ਨੇ ਸਰਗੀ ਦੀ ਲੋ ਅਤੇ ਸੂਰਜ ਦੀ ਇੱਕਮਿਕਤਾ ਨੂੰ ਪ੍ਰਗਟ ਕੀਤਾ ਹੈ। ਸਰਗੀ ਦੀ ਲੋ ਦਾ ਸੂਰਜ ਪ੍ਰਤੀ ਮੋਹ ਵੀ ਪ੍ਰਗਟ ਕੀਤਾ ਹੈ। ਠੀਕ ਹੈ, ਆਓ ਅਸੀਂ ਕਵਿਤਾ ਪੜ੍ਹਦੇ ਹਾਂ ਤੇ ਨਾਲ ਨਾਲ ਇਸ ਨੂੰ ਸਮਝਦੇ ਹਾਂ। ਮੈਂ ਸਰਗੀ ਦੀ ਲੋ ਵੇ ਸੂਰਜਾ, ਮੈਂ ਸਰਗੀ ਦੀ ਲੋ, ਨੂਰ ਨਾਲ ਧਰਤੀ ਦਾ ਮੁਖੜਾ ਆ ਕੇ ਦੇਵਾਂ ਧੋ ਵੇ ਸੂਰਜਾ, ਮੈਂ ਸਰਗੀ ਦੀ ਲੋ। ਇਸ ਪੈਰੇ ਦੇ ਵਿੱਚ ਕਵੀ ਜੋ ਹੈ ਉਹ ਆਪਣੇ ਆਪ ਨੂੰ ਕਹਿ ਰਿਹਾ ਹੈ ਮੈਂ ਸਰਗੀ ਦੀ ਲੋ ਵੇ ਸੂਰਜਾ। ਸੂਰਜ ਨੂੰ ਕਹਿ ਰਿਹਾ ਹੈ ਕਿ ਮੈਂ ਸਵੇਰ ਦਾ ਜੋ ਵੇਲਾ ਹਾਂ, ਮੈਂ ਸਵੇਰ ਦੀ ਰੋਸ਼ਨੀ ਬੋਲ ਰਹੀ ਹਾਂ। ਮੈਂ ਆ ਕੇ ਜੋ ਹੈ ਧਰਤੀ ਦਾ ਮੁਖੜਾ ਸਵੇਰੇ ਸਵੇਰੇ ਆਪਣੀ ਰੋਸ਼ਨੀ ਨਾਲ ਧੋਂਦੀ ਹਾਂ, ਯਾਨੀ ਕਿ ਸਭ ਤੋਂ ਪਹਿਲਾਂ ਸਵੇਰੇ ਮੇਰੀ ਹੀ ਰੋਸ਼ਨੀ ਜੋ ਹੈ ਉਹ ਧਰਤੀ 'ਤੇ ਪੈਂਦੀ ਹੈ। ਜੋ ਮੈਂ ਜੋ ਹਾਂ ਉਹ ਕੌਣ ਹਾਂ? ਮੈਂ ਸਰਗੀ ਦੀ ਲੋ ਹਾਂ, ਸਵੇਰ ਦੇ ਵੇਲੇ ਦੀ ਰੋਸ਼ਨੀ ਹਾਂ। ਨੈਕਸਟ ਸਟੈਂਜਾ ਹੈ ਜੇ ਅੰਬਰ ਦਾ ਸੂਰਜ ਹੈ ਤੂੰ, ਮੈਂ ਅੰਬਰ ਦੀ ਸਰਗੀ, ਵੇਖੀ ਬਹੁਤਾ ਮਾਣ ਕਰੀ ਨਾ ਮੈਂ ਵੀ ਤੇਰੇ ਵਰਗੀ। ਅਗਲੇ ਪੈਰੇ ਦੇ ਵਿੱਚ ਉਹ ਕਹਿੰਦੀ ਹੈ, ਸਰਗੀ ਦੀ ਲੋ ਕਹਿੰਦੀ ਹੈ ਕਿ ਜੇ ਤੂੰ ਅਸਮਾਨ ਦਾ ਸੂਰਜ ਹੈ ਤਾਂ ਮੈਂ ਵੀ ਅਸਮਾਨ ਦੀ ਰੋਸ਼ਨੀ ਹਾਂ। ਵੇਖੀ ਬਹੁਤਾ ਮਾਣ ਨਾ ਕਰੀ, ਆਪਣੇ ਆਪ 'ਤੇ ਤੂੰ ਘਮੰਡ ਨਾ ਕਰੀ, ਆਪਣੇ 'ਤੇ ਆਪ ਵੀ ਮਾਣ ਨਾ ਕਰੀ, ਮੈਂ ਵੀ ਤੇਰੇ ਵਰਗੀ ਹਾਂ। ਨੈਕਸਟ ਪੈਰਾ ਹੈ ਤੇਰਾ ਮੇਰਾ ਰੂਪ ਵੇਖ ਕੇ ਨੇਰ ਨਾ ਸਕੇ ਖਲੋ ਵੇ ਸੂਰਜਾ, ਮੈਂ ਸਰਗੀ ਦੀ ਲੋ, ਤੂੰ ਲੁਕਿਆ ਤਾਂ ਤੈਨੂੰ ਲੱਭ ਲੱਭ ਹੋ ਗਈ ਝੱਲ ਵਲੱਲੀ। ਝੱਲ ਵਲੱਲੀ ਦਾ ਮੀਨਿੰਗ ਹੈ ਪਾਗਲ, ਝੱਲੀ। ਇਸ ਪੈਰੇ ਦੇ ਵਿੱਚ ਜੋ ਹੈ ਸਰਗੀ ਦੀ ਰੋਸ਼ਨੀ ਜੋ ਹੈ ਸਵੇਰ ਦੀ ਰੋਸ਼ਨੀ ਹੈ ਉਹ ਕਹਿੰਦੀ ਹੈ ਤੇਰਾ ਮੇਰਾ ਰੂਪ ਵੇਖ ਕੇ ਨੇਰ ਨਾ ਸਕੇ ਖਲੋ, ਯਾਨੀ ਸਾਨੂੰ ਦੋਨਾਂ ਨੂੰ ਵੇਖ ਕੇ ਹਨੇਰਾ ਜੋ ਹੈ ਉਹ ਦੂਰ ਚਲਾ ਜਾਂਦਾ ਹੈ, ਕਿਉਂਕਿ ਜਿਵੇਂ ਹੀ ਧਰਤੀ 'ਤੇ ਰੋਸ਼ਨੀ ਹੁੰਦੀ ਹੈ ਹਨੇਰਾ ਦੂਰ ਹੋ ਜਾਂਦਾ ਹੈ। ਤੂੰ ਲੁਕਿਆ ਤਾਂ ਤੈਨੂੰ ਲੱਭ ਲੱਭ ਹੋ ਗਈ ਝੱਲ ਵਲੱਲੀ, ਜੋ ਸਵੇਰ ਦੀ ਰੋਸ਼ਨੀ ਹੈ ਉਹ ਸੂਰਜ ਨੂੰ ਲੱਭ ਕੇ ਜੋ ਹੈ ਕਹਿੰਦੀ ਹੈ ਕਿ ਮੈਂ ਪਾਗਲ ਹੋ ਗਈ ਹਾਂ। ਅਗਲੇ ਪੈਰੇ ਦੇ ਵਿੱਚ ਉਹ ਕਹਿੰਦੀ ਹੈ ਹੁਣ ਤੂੰ ਮੈਨੂੰ ਲੱਭ ਵੇ ਸੂਰਜਾ, ਹੁਣ ਮੈਂ ਵੀ ਲੁਕ ਚੱਲੀ, ਅੱਗੇ ਤੈਨੂੰ ਮੈਂ ਛੋਂਦੀ ਸਾਂ, ਹੁਣ ਤੂੰ ਮੈਨੂੰ ਛੋ ਵੇ ਸੂਰਜਾ, ਮੈਂ ਸਰਗੀ ਦੀ ਲੋ। ਇਸ ਪੈਰੇ ਦੇ ਵਿੱਚ ਉਹ ਕਹਿੰਦੀ ਹੈ ਕਿ ਪਹਿਲੇ ਮੈਂ ਤੈਨੂੰ ਲੱਭ ਰਹੀ ਸੀ, ਸੂਰਜ ਨੂੰ ਕਹਿੰਦੀ ਹੈ, ਤੇ ਹੁਣ ਮੈਂ ਲੁਕ ਚੱਲੀ ਹਾਂ, ਕਿਉਂਕਿ ਉਹ ਸਵੇਰ ਵਾਲੀ ਜੋ ਰੋਸ਼ਨੀ ਹੁੰਦੀ ਹੈ ਸਵੇਰੇ ਵਾਲੀ ਉਹ ਲੁਕ ਜਾਂਦੀ ਹੈ ਤੇ ਸੂਰਜ ਨਿਕਲ ਆਉਂਦਾ ਹੈ। ਇਸ ਤਰ੍ਹਾਂ ਉਹ ਕਹਿੰਦੀ ਹੈ ਕਿ ਹੁਣ ਮੈਂ ਲੁਕ ਚੱਲੀ ਹਾਂ ਤੇ ਹੁਣ ਤੂੰ ਮੈਨੂੰ ਲੱਭ। ਪਹਿਲਾਂ ਮੈਂ ਤੈਨੂੰ ਛੋ ਰਹੀ ਸੀ, ਯਾਨੀ ਤੈਨੂੰ ਲੱਭ ਰਹੀ ਸੀ, ਤੇ ਹੁਣ ਤੂੰ ਮੈਨੂੰ ਲੱਭ। ਨੈਕਸਟ ਪੈਰਾ ਹੈ ਅੱਜ ਜਦੋਂ ਮੈਂ ਸਰਗੀ ਵੇਲੇ ਸਰਗੀ ਵਿੱਚ ਨਹਾਤੀ, ਉਸ ਵੇਲੇ ਮੈਂ ਕਿਰਨਾਂ ਦੇ ਹੱਥ ਗੱਲ ਇਹੋ ਸੀ ਆਖੀ। ਅੱਗੇ ਸਰਗੀ ਦੀ ਲੋ ਕਹਿੰਦੀ ਹੈ ਕਿ ਜਦੋਂ ਅੱਜ ਮੈਂ ਸਵੇਰੇ ਮਤਲਬ ਮੇਰੀ ਰੋਸ਼ਨੀ ਜੋ ਹੈ ਉਹ ਧਰਤੀ 'ਤੇ ਪਈ ਤਾਂ ਮੈਂ ਕਿਰਨਾਂ ਦੇ ਹੱਥ ਜੋ ਹੈ, ਕਿਰਨਾਂ ਕੀ ਨੇ? ਰੋਸ਼ਨੀ ਜੋ ਹੈ ਉਹਨਾਂ ਦੀ, ਉਸ ਦੇ ਹੱਥ ਉਹਨੇ ਸੁਨੇਹਾ ਭੇਜਿਆ ਕਿ ਮੈਂ ਉਹਨਾਂ ਨੂੰ ਇੱਕ ਗੱਲ ਆਖੀ ਹੈ। ਆ ਕੇ ਮੇਰੇ ਰੂਪ ਦਾ ਚੁੰਮਣ ਲੈ ਜਾ ਇੱਕ ਜਾਂ ਦੋ ਵੇ ਸੂਰਜਾ, ਮੈਂ ਸਰਗੀ ਦੀ ਲੋ, ਹੇ ਸੂਰਜਾ ਨਾਲ ਤੇਰੇ ਅੱਜ ਧਰਤ ਸੁਹਾਵੀ ਲੱਗਦੀ, ਸੱਚ ਪੁੱਛੋ ਤਾਂ ਤੇਰੇ ਨੈਣੀ ਮੈਂ ਹੀ ਲਿਸ਼ਕ ਹਾਂ ਭਰਦੀ। ਇਸ ਪੈਰੇ ਦੇ ਵਿੱਚ ਜੋ ਹੈ ਸਰਗੀ ਦੀ ਰੋਸ਼ਨੀ ਕਹਿੰਦੀ ਹੈ ਕਿ ਮੈਂ ਕਿਰਨਾਂ ਦੇ ਹੱਥ ਜੋ ਹੈ ਸੁਨੇਹਾ ਦਿੱਤਾ ਸੀ, ਇੱਕ ਗੱਲ ਆਖੀ ਸੀ ਉਹਨਾਂ ਨੂੰ ਕਿ ਆ ਕੇ ਮੇਰੀ ਸੁੰਦਰਤਾ ਦਾ ਚੁੰਮਣ, ਜੋ ਸਵੇਰ ਦੀ ਰੋਸ਼ਨੀ ਹੈ ਉਸ ਨੂੰ ਆ ਕੇ ਜੋ ਸੂਰਜ ਹੈ ਉਹ ਛੂਏ। ਅੱਗੇ ਉਹ ਕਹਿੰਦੀ ਹੈ ਇਹ ਸੂਰਜਾ ਨਾਲ ਤੇਰੇ ਅੱਜ ਧਰਤ ਸੁਹਾਵੀ ਲੱਗਦੀ, ਅੱਜ ਤੇਰੇ ਕਰਕੇ ਹੀ ਜੋ ਹੈ ਧਰਤੀ ਜੋ ਹੈ ਸੋਹਣੀ ਲੱਗਦੀ ਹੈ, ਜੇ ਸੂਰਜ ਨਾ ਨਿਕਲੇ ਤਾਂ ਕੀ ਹਾਲ ਹੋਵੇ। ਸੱਚ ਪੁੱਛੋ ਤਾਂ ਤੇਰੇ ਨੈਣੀ ਮੈਂ ਹੀ ਲਿਸ਼ਕ ਹਾਂ ਭਰਦੀ,
ਤੇਰਾ ਮੇਰਾ ਨੇ ਹੈ ਸੱਚਾ, ਸੱਚ ਵਰਗਾ ਨਾ ਕੋ ਵੇ ਸੂਰਜਾ, ਮੈਂ ਸਰਗੀ ਦੀ ਲੋ। ਇਸ ਪਿਆਰੇ ਦੇ ਵਿੱਚ ਸਰਗੀ ਦੀ ਲੋ ਕਹਿੰਦੀ ਹੈ, ਸੱਚ ਪੁੱਛੋ ਤਾਂ ਤੇਰੇ ਨੈਣੀ, ਜੇ ਸੱਚੀ ਪੁੱਛੇ, ਸੱਚੀ ਗੱਲ ਕਵਾਂ ਤਾਂ ਤੇਰੇ ਨੈਣਾਂ ਦੇ ਵਿੱਚ ਜੋ ਹੈ, ਜੋ ਰੋਸ਼ਨੀ ਹੈ, ਜੋ ਚਮਕ ਹੈ, ਉਹ ਮੈਂ ਹੀ ਭਰਦੀ ਹਾਂ। ਯਾਨੀ ਕਿ ਜੇ ਸਵੇਰ ਨਹੀਂ ਹੋਏਗੀ ਤਾਂ ਸੂਰਜ ਵੀ ਨਹੀਂ ਨਿਕਲੇਗਾ। ਇਸ ਤਰੀਕੇ ਨਾਲ ਉਹ ਕਹਿੰਦੀ ਹੈ ਕਿ ਤੇਰਾ ਮੇਰਾ ਜੋ ਪਿਆਰ ਹੈ ਸੂਰਜ ਦੀ ਰੋਸ਼ਨੀ ਦਾ, ਔਰ ਸਰਗੀ ਦੀ ਲੋ ਕਹਿੰਦੀ ਹੈ ਕਿ ਤੇਰਾ ਮੇਰਾ ਜੋ ਪਿਆਰ ਹੈ ਉਹ ਸੱਚਾ ਹੈ, ਔਰ ਇਸ ਗੱਲ ਨੂੰ ਕੋਈ ਵੀ ਬਦਲ ਨਹੀਂ ਸਕਦਾ, ਅਤੇ ਸੱਚ ਵਰਗੀ ਕੋਈ ਗੱਲ ਨਹੀਂ ਹੁੰਦੀ। ਇਸ ਤਰੀਕੇ ਨਾਲ ਉਹ ਜੋ ਹੈ ਸੂਰਜ ਤੇ ਆਪਣਾ ਜੋ ਹੈ ਪਿਆਰ ਦਰਸਾਉਂਦੀ ਹੈ। ਇਸ ਦੇ ਵਿੱਚ ਸਰਗੀ ਦੀ ਜੋ ਰੋਸ਼ਨੀ ਹੈ ਸਵੇਰ ਦੀ ਰੋਸ਼ਨੀ ਹੈ। ਆਈ ਥਿੰਕ ਤੁਹਾਨੂੰ ਕਵਿਤਾ ਸਮਝ ਆ ਗਈ ਹੋਏਗੀ। ਇੱਕ ਵਾਰੀ ਵਰਡ ਮੀਨਿੰਗ ਨੂੰ ਪੜ੍ਹ ਲੈਣਾ, ਔਰ ਜੋ ਬੁੱਕ ਪਾਰਟ ਹੈ ਉਹ ਵੀ ਮੈਂ ਕਰਾ ਰਹੀ ਹਾਂ ਤੁਹਾਨੂੰ ਨਾਲ, ਉਸਨੂੰ ਵੀ ਆਪਣੀ ਬੁੱਕ ਦੇ ਉੱਪਰ ਕੰਪਲੀਟ ਕਰ ਲੈਣਾ। ਸਭ ਤੋਂ ਪਹਿਲਾਂ ਪ੍ਰਸ਼ਨ ਹਨ ਮੌਖਿਕ, ਇਸ ਲਈ ਮੈਂ ਬੁੱਕ 'ਤੇ ਕਰਾਤੇ ਹਨ, ਕਿਉਂਕਿ ਇਸ ਕਵਿਤਾ ਦਾ ਪੇਪਰ ਵਿੱਚ ਕੁਝ ਵੀ ਨਹੀਂ ਆਉਣਾ, ਇਸ ਲਈ ਮੈਂ ਬੁੱਕ ਦੇ ਉੱਪਰ ਹੀ ਕੰਮ ਕਰਾ ਦਿੱਤਾ ਹੈ। ਪਹਿਲਾ ਕੁਐਸਚਨ ਹੈ, ਇਸ ਕਵਿਤਾ ਰਾਹੀਂ ਸਰਗੀ ਦੀ ਲੋ ਆਪਣੇ ਬਾਰੇ ਕੀ ਕਹਿ ਰਹੀ ਹੈ? ਉਹ ਕਹਿ ਰਹੀ ਹੈ ਕਿ ਉਹ ਸੂਰਜ ਵਰਗੀ ਹੈ। ਨੈਕਸਟ ਹੈ, ਸਰਗੀ ਵੇਲਾ ਸੂਰਜ ਨਿਕਲਣ ਤੋਂ ਪਹਿਲਾਂ ਦਾ ਹੁੰਦਾ ਹੈ ਜਾਂ ਬਾਅਦ ਵਾਲਾ? ਤਾਂ ਇਹਦਾ ਆਨਸਰ ਹੈ ਪਹਿਲਾਂ ਵਾਲਾ। ਧਰਤੀ ਸੂਰਜ ਦਾ ਕੀ ਹੈ? ਟੁਕੜਾ ਹੈ। ਧਰਤੀ ਤੇ ਦਿਨ ਅਤੇ ਰਾਤ ਕਿਵੇਂ ਬਣਦੇ ਹਨ? ਸੂਰਜ ਦੀ ਗਤੀ ਨਾਲ। ਨੈਕਸਟ ਪ੍ਰਸ਼ਨ ਜੋ ਹਨ ਉਹ ਵੀ ਸ਼ਾਰਟ ਹੀ ਹਨ। ਨੂਰ ਨਾਲ ਧਰਤੀ ਦਾ ਮੁਖੜਾ ਆ ਕੇ ਦੇਵਾਂ ਧੋ, ਤੁਕ ਤੋਂ ਕੀ ਭਾਵ ਹੈ? ਸਰਗੀ ਦੀ ਹਲਕੀ ਰੋਸ਼ਨੀ ਨਾਲ ਇੰਜ ਲੱਗਦਾ ਹੈ ਕਿ ਜਿਸ ਤਰ੍ਹਾਂ ਉਹ ਆ ਕੇ ਧਰਤੀ ਦਾ ਮੁਖੜਾ ਧੋਂਦੀ ਹੋਵੇ। ਨੈਕਸਟ ਹੈ, ਸੂਰਜ ਅਤੇ ਸਰਗੀ ਲੁਕਣ ਮਿੱਟੀ ਕਿਵੇਂ ਖੇਡਦੇ ਹਨ? ਪਹਿਲਾਂ ਸਰਗੀ ਦੀ ਲੋ ਸੂਰਜ ਨੂੰ ਲੱਭਦੀ ਹੈ ਤੇ ਫਿਰ ਸੂਰਜ ਲੱਭਦਾ ਹੈ। ਇਸ ਤਰ੍ਹਾਂ ਐਵੇਂ ਲੱਗਦਾ ਹੈ ਕਿ ਜਿਵੇਂ ਉਹ ਲੁਕਣ ਮਿੱਟੀ ਖੇਡ ਰਹੇ ਹੋਣ। ਸਰਗੀ ਨੇ ਕਿਰਨਾਂ ਦੇ ਹੱਥ ਸੂਰਜ ਨੂੰ ਕਿਹੜਾ ਸੁਨੇਹਾ ਭੇਜਿਆ? ਉਸਦੇ ਰੂਪ ਦਾ ਚੁੰਮਣ ਲੈਣ ਦਾ। ਨੈਕਸਟ ਹੈ, ਸਰਗੀ ਤੇ ਸੂਰਜ ਦੀ ਕਿਹੜੀ ਚੀਜ਼ ਸਾਂਝੀ ਹੈ? ਰੋਸ਼ਨੀ। ਦੋਨੋਂ ਦੀ ਜੋ ਰੋਸ਼ਨੀ ਹੈ ਉਹ ਸਾਂਝੀ ਹੈ। ਨੈਕਸਟ ਕੁਐਸਚਨ ਨੰਬਰ ਸੈਕਿੰਡ ਔਰ ਥਰਡ ਇਹ ਵੱਡੇ ਕੁਐਸਚਨ ਨੇ। ਥਰਡ ਦੇ ਵਿੱਚ ਵਾਕਾਂ ਦੇ ਵਿੱਚ ਵਰਤੋਂ ਵਾਕ ਬਣਾਉਣੇ ਨੇ, ਇਹ ਤੁਸੀਂ ਆਪੇ ਵੀ ਕਰ ਸਕਦੇ ਹੋ। ਕੁਐਸਚਨ ਨੰਬਰ 4 ਦੇ ਵਿੱਚ ਇੱਕ ਸਟੈਂਜਾ ਦਿੱਤਾ ਹੋਇਆ ਹੈ ਜਿਸ ਦੇ ਅਸੀਂ ਸਰਲ ਅਰਥ ਕਰਨੇ ਹਨ, ਯਾਨੀ ਇਹਦਾ ਮੀਨਿੰਗ ਦੱਸਣਾ ਹੈ। ਤੂੰ ਲੁਕਿਆ ਤਾਂ ਤੈਨੂੰ ਲੱਭ ਲੱਭ ਹੋ ਗਈ ਝੱਲ ਵਲੱਲੀ, ਹੁਣ ਤੂੰ ਮੈਨੂੰ ਲੱਭ ਵੇ ਸੂਰਜਾ, ਹੁਣ ਮੈਂ ਵੀ ਲੁਕ ਚੱਲੀ, ਅੱਗੇ ਤੈਨੂੰ ਮੈਂ ਛੋਂਦੀ ਸਾਂ, ਹੁਣ ਤੂੰ ਮੈਨੂੰ ਛੋ ਵੇ ਸੂਰਜਾ, ਮੈਂ ਸਰਗੀ ਦੀ ਲੋ। ਇਸ ਦੇ ਵਿੱਚ ਇਹਨਾਂ ਸਤਰਾਂ ਵਿੱਚ ਸਰਗੀ ਦੀ ਲੋ ਕਹਿੰਦੀ ਹੈ ਕਿ ਪਹਿਲਾਂ ਰਾਤ ਹੋ ਜਾਣ ਤੇ ਤੂੰ ਲੁਕ ਗਿਆ ਸੀ ਤੇ ਮੈਂ ਤੈਨੂੰ ਲੱਭ ਰਹੀ ਸੀ, ਹੁਣ ਮੈਂ ਵੀ ਲੁਕਣ ਵਾਲੀ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਤੂੰ ਵੀ ਮੈਨੂੰ ਲੱਭੀ। ਪਹਿਲਾਂ ਮੈਂ ਤੈਨੂੰ ਛੂੰਹਦੀ ਸਾਂ ਤੇ ਹੁਣ ਤੂੰ ਮੈਨੂੰ ਛੂ, ਕਿਉਂਕਿ ਮੈਂ ਸਰਗੀ ਦੀ ਲੋ ਹਾਂ। ਨੈਕਸਟ ਹੈ, ਹੇਠ ਲਿਖੇ ਕਾਵਿ ਟੋਟੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ। ਇਸ ਸਟੈਂਜੇ ਦੇ ਵਿੱਚੋਂ ਕੁਐਸਚਨਾਂ ਦੇ ਆਨਸਰ ਲੱਭਣੇ ਨੇ। ਹੇ ਸੂਰਜਾ ਨਾਲ ਤੇਰੇ ਅੱਜ ਧਰਤ ਸੁਹਾਵੀ ਲੱਗਦੀ, ਸੱਚ ਪੁੱਛੋਂ ਤਾਂ ਤੇਰੇ ਨੈਣੀ ਮੈਂ ਹੀ ਲਿਸ਼ਕ ਹਾਂ ਭਰਦੀ, ਤੇਰਾ ਮੇਰਾ ਨੇ ਹੈ ਸੱਚਾ, ਸੱਚ ਵਰਗਾ ਨਾ ਕੋਵੇ ਸੂਰਜਾ, ਮੈਂ ਸਰਗੀ ਦੀ ਲੋ। ਸਭ ਤੋਂ ਪਹਿਲਾਂ ਕੁਐਸਚਨ ਹੈ, ਸੂਰਜ ਦੇ ਨਾਲ ਕਿਹੜੀ ਚੀਜ਼ ਸੋਹਣੀ ਲੱਗਦੀ ਹੈ? ਤਾਂ ਉਹ ਹੈ ਧਰਤੀ। ਸੂਰਜ ਦਾ ਕਿਸ ਨਾਲ ਸੱਚਾ ਨੇਹ ਹੈ? ਨੇਹ ਦਾ ਮਤਲਬ ਹੁੰਦਾ ਪਿਆਰ, ਤਾਂ ਸਰਗੀ ਦੀ ਲੋ ਨਾਲ। ਕਿਸ ਵਰਗੀ ਹੋਰ ਕੋਈ ਚੀਜ਼ ਨਹੀਂ ਹੈ? ਤਾਂ ਸੱਚ ਵਰਗੀ। ਨੈਕਸਟ ਸਾਡੇ ਬਹੁ ਵਿਕਲਪੀ ਪ੍ਰਸ਼ਨ ਹਨ ਕਵਿਤਾ ਦੇ। ਸਰਗੀ ਕਿਹੜਾ ਵੇਲਾ ਹੁੰਦਾ ਹੈ? ਤਾਂ ਉਹ ਹੁੰਦਾ ਹੈ ਤੜਕੇ ਦਾ, ਯਾਨੀ ਸਵੇਰ ਦਾ। ਸਰਗੀ ਦੀ ਲੋ ਕਿਸ ਨਾਲ ਧਰਤੀ ਦਾ ਮੁਖੜਾ ਧੋਂਦੀ ਹੈ? ਇਸ ਦਾ ਆਨਸਰ ਹੈ ਆਪਣੇ ਨੂਰ ਨਾਲ। ਸੂਰਜ ਤੇ ਸਰਗੀ ਦਾ ਰੂਪ ਦੇਖ ਕੇ ਕੀ ਨਹੀਂ ਰਹਿੰਦਾ? ਹਨੇਰਾ ਨਹੀਂ ਰਹਿੰਦਾ। ਸਰਗੀ ਸੂਰਜ ਨੂੰ ਕਿਰਨਾਂ ਦੇ ਹੱਥ ਕੀ ਸੁਨੇਹਾ ਭੇਜਦੀ ਹੈ? ਚੁੰਮਣ ਲੈਣ ਦਾ। ਨੈਕਸਟ ਹੈ, ਸਰਗੀ ਦੀ ਲੋ ਦਾ ਕਿਸ ਨਾਲ ਸੱਚਾ ਨੇਹ ਹੈ? ਸੂਰਜ ਨਾਲ। ਕਦਰਾਂ ਕੀਮਤਾਂ ਦੇ ਆਧਾਰਿਤ ਪ੍ਰਸ਼ਨ ਹਨ। ਸਰਗੀ ਵੇਲੇ ਨੂੰ ਹੋਰ ਕਿਹੜੇ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਪ੍ਰਭਾਤ ਵੇਲਾ, ਤੜਕਾ ਵੇਲਾ, ਅੰਮ੍ਰਿਤ ਵੇਲਾ। ਠੀਕ ਹੈ। ਇਸ ਕਵਿਤਾ ਦੇ ਆਧਾਰ 'ਤੇ ਦੱਸੋ ਕਿ ਸਰਗੀ ਦੀ ਮਾਨਸਿਕਤਾ ਕਿਹੋ ਜਿਹੀ ਹੈ? ਹੰਕਾਰ ਭਰੀ ਜਾਂ ਮੋਹ ਭਰੀ? ਤਾਂ ਇਹ ਕੀ ਆਏਗਾ? ਮੋਹ ਭਰੀ। ਨੈਕਸਟ ਹੈ, ਸਰਗੀ ਅਤੇ ਸੂਰਜ ਦਾ ਰਿਸ਼ਤਾ ਕਿਹੋ ਜਿਹਾ ਹੈ? ਆਪਣੇਪਨ ਦਾ। ਤੜਕਸਾਰ ਦੀ ਕੀ ਵਿਸ਼ੇਸ਼ਤਾ ਹੈ? ਆਪਣੇ ਸ਼ਬਦਾਂ ਵਿੱਚ ਲਿਖੋ। ਇਹ ਤੁਸੀਂ ਆਪੇ ਹੀ ਦੱਸ ਸਕਦੇ ਹੋ ਕਿ ਤੜਕੇ ਦਾ ਜੋ ਵੇਲਾ ਹੁੰਦਾ ਹੈ ਉਹ ਸਾਡੇ ਲਈ ਕੀ ਇੰਪੋਰਟੈਂਸ ਰੱਖਦਾ ਹੈ। ਠੀਕ ਹੈ। ਨੈਕਸਟ ਹੈ, ਵਿਆਕਰਨ ਨਾਲ ਸੰਬੰਧਿਤ ਕੰਮ। ਹੇਠ ਲਿਖੇ ਵਾਕਾਂ ਦੇ ਵਚਨ ਬਦਲੋ। ਤਾਂ ਜਿਹੜੇ ਵਰਡ ਦੇ ਅਸੀਂ ਬਦਲ ਸਕਦੇ ਹਾਂ ਉਸਦੇ ਬਦਲਾਂਗੇ। ਬੱਚੇ ਨੇ ਨੇਲ ਕਟਰ ਨਾਲ ਨਹੁੰ ਕੱਟਿਆ। ਨਹੁੰ ਮਤਲਬ ਨਾਖੂਨ। ਤਾਂ ਬੱਚਿਆਂ ਨੇ ਨੇਲ ਕਟਰਾਂ ਨਾਲ ਨਹੁੰ ਕੱਟੇ। ਉਸਨੇ ਕੰਘੀ ਨਾਲ ਸਿਰ ਵਾਹਿਆ। ਉਹਨਾਂ ਨੇ ਕੰਘੀਆਂ ਨਾਲ ਸਿਰ ਵਾਹੇ।
ਕੁੜੀ ਨਹਾ ਧੋ ਕੇ ਸਕੂਲ ਨੂੰ ਗਈ, ਕੁੜੀਆਂ ਨਹਾ ਧੋ ਕੇ ਸਕੂਲ ਨੂੰ ਗਈਆਂ। ਸੂਰਜ ਦੀ ਕਿਰਨ ਧਰਤੀ 'ਤੇ ਲੋ ਲਿਆਉਂਦੀ ਹੈ। ਸੂਰਜਾਂ ਦੀਆਂ ਕਿਰਨਾਂ ਧਰਤੀ 'ਤੇ ਲੋਆਂ ਲਿਆਉਂਦੀਆਂ ਹਨ। ਮਾਂ ਨੇ ਬੱਚੇ ਨੂੰ ਰੋਟੀ ਖਵਾਈ, ਮਾਵਾਂ ਨੇ ਬੱਚਿਆਂ ਨੂੰ ਰੋਟੀਆਂ ਖਵਾਈਆਂ। ਰਾਜੇ ਨੇ ਰਾਣੀ ਨੂੰ ਛੱਡ ਦਿੱਤਾ, ਰਾਜਿਆਂ ਨੇ ਰਾਣੀਆਂ ਨੂੰ ਛੱਡ ਦਿੱਤਾ। ਨਵਾਬ ਨੇ ਹੁੱਕਾ ਪੀਤਾ, ਨਵਾਬਾਂ ਨੇ ਹੁੱਕੇ ਪੀਤੇ। ਅੱਗੇ ਬਹੁ ਵਿਕਲਪੀ ਵਿਆਕਰਨ ਦੇ ਹਨ। ਧੁੱਪ ਦਾ ਉਲਟ ਸ਼ਬਦ ਚੁਣੋ। ਧੁੱਪ ਦਾ ਉਲਟ ਹੈ ਛਾਂ। ਲੋ ਦੇ ਸਮਾਨਾਰਥਕ ਸ਼ਬਦ ਚੁਣੋ ਤਾਂ ਲੋ ਨੂੰ ਅਸੀਂ ਹੋਰ ਕੀ ਕਹਿੰਦੇ ਹਾਂ? ਰੋਸ਼ਨੀ, ਚਾਨਣ। ਲੋ ਦਾ ਬਹੁਵਚਨ ਚੁਣੋ ਤਾਂ ਉਹ ਹੈ ਲੋਆਂ। ਝੱਲੀ ਦੀ ਲਿੰਗ ਬਦਲੀ ਕਰੋ, ਝੱਲੀ ਦਾ ਝੱਲਾ। ਠੀਕ ਹੈ। ਬੁੱਕ ਪਾਰਟ ਸਾਡਾ ਕੰਪਲੀਟ ਹੋ ਗਿਆ ਇਸ ਕਵਿਤਾ ਦਾ। ਇਸ ਬੁੱਕ ਪਾਰਟ ਨੂੰ ਵੀਡੀਓ ਪੌਜ਼ ਕਰਕੇ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਅਤੇ ਆਈ ਹੋਪ ਤੁਹਾਨੂੰ ਜੋ ਹੈ ਕਵਿਤਾ ਵੀ ਸਮਝ ਆ ਗਈ ਹੋਏਗੀ ਔਰ ਇਸ ਦਾ ਬੁੱਕ ਪਾਰਟ ਵੀ। ਅੱਜ ਦਾ ਤੁਹਾਡਾ ਇਹੀ ਹੋਮਵਰਕ ਹੈ ਕਿ ਤੁਸੀਂ ਬੁੱਕ ਪਾਰਟ ਨੂੰ ਕੰਪਲੀਟ ਕਰੋਗੇ ਔਰ ਇਸ ਕਵਿਤਾ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ। ਧੰਨਵਾਦ।